ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਪੰਨੂ। ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਝਾਤ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਦੇ ਉੱਪਰ। ਏਅਰ ਕੈਨੇਡਾ ਨੇ ਉਡਾਨਾਂ ਸੰਬੰਧੀ ਕੀਤਾ ਐਲਾਨ। ਇਸ ਹਫ਼ਤੇ ਤੋਂ ਦੁਬਈ ਦੇ ਨਾਲ ਉਡਾਨਾਂ ਦੀ ਸ਼ੁਰੂਆਤ। ਐਸਟ੍ਰਾਜੈਨੇਕਾ ਦਾ ਪਹਿਲਾ ਡੋਜ਼ ਲਗਵਾਉਣ ਵਾਲਿਆਂ ਦੇ ਲਈ ਜਾਣਕਾਰੀ। ਹੁਣ ਫਾਈਜ਼ਰ ਜਾਂ ਮੋਡਰਨਾ ਟੀਕੇ ਦਾ ਲਗਵਾ ਸਕਣਗੇ ਦੂਜਾ ਸ਼ਾਟ। 215 ਬੱਚਿਆਂ ਦੀ ਯਾਦ ਦੇ ਵਿੱਚ ਬਣੇਗਾ ਮੈਮੋਰੀਅਲ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੀਤਾ ਐਲਾਨ। ਆਰਸੀਐਮਪੀ ਨੇ ਵਿਅਕਤੀ ਤੇ ਚਲਾਈ ਗੋਲੀ। ਪ੍ਰਿੰਸ ਜਾਰਜ ਤੋਂ ਆਇਆ ਮਾਮਲਾ ਸਾਹਮਣੇ। ਪੀਸੀ ਵਿੱਚ ਨਸ਼ੇ ਬਣ ਰਹੇ ਮੌਤ ਦਾ ਕਾਰਨ। 1 ਮਹੀਨੇ ਦੇ ਵਿੱਚ 176 ਦੀ ਹੋਈ ਮੌਤ। ਏਅਰ ਕੈਨੇਡਾ ਵੱਲੋਂ ਉਡਾਨਾਂ ਜਾਣੀ ਕਿ ਫਲਾਈਟਸ ਦੇ ਬਾਰੇ ਵਿੱਚ ਜਾਣਕਾਰੀ ਸਾਂਝੀ ਕੀਤੀ ਗਈ ਹੈ, ਜਿੱਥੇ ਉਹਨਾਂ ਨੇ ਦੱਸਿਆ ਹੈ ਕਿ ਦੁਬਈ ਦੇ ਨਾਲ ਹੁਣ ਸਿੱਧੀਆਂ ਉਡਾਨਾਂ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਜੂਨ 1 ਤੋਂ ਇਹ ਉਡਾਨਾਂ ਸ਼ੁਰੂ ਹੋਣ ਜਾ ਰਹੀਆਂ ਨੇ, ਜਿੱਥੇ ਟੋਰਾਂਟੋ ਅਤੇ ਦੁਬਈ ਦੇ ਵਿਚਕਾਰ ਹੁਣ ਡਾਇਰੈਕਟ ਫਲਾਈਟਸ ਚੱਲਣਗੀਆਂ। ਇਸ ਖਬਰ ਦੇ ਵਿੱਚ ਜਾਣਕਾਰੀ ਦੇਵਾਂਗੇ ਕਿ ਕਦੋਂ ਇਹ ਫਲਾਈਟਾਂ ਕਿੱਥੋਂ ਚੱਲਣਗੀਆਂ। ਏਅਰ ਕੈਨੇਡਾ ਵੱਲੋਂ ਉਡਾਨਾਂ ਸੰਬੰਧੀ ਜਾਣਕਾਰੀ ਦਿੱਤੀ ਗਈ ਹੈ। ਇਸ ਹਫ਼ਤੇ ਦੁਬਈ ਦੇ ਨਾਲ ਸਿੱਧੀਆਂ ਉਡਾਨਾਂ ਸ਼ੁਰੂ ਕੀਤੀਆਂ ਜਾ ਰਹੀਆਂ ਨੇ। ਏਅਰ ਕੈਨੇਡਾ ਵੱਲੋਂ ਜੂਨ 1 ਤੋਂ ਟੋਰਾਂਟੋ ਤੋਂ ਦੁਬਈ ਦੀਆਂ ਉਡਾਨਾਂ ਚਲਾਈਆਂ ਜਾ ਰਹੀਆਂ ਨੇ ਤੇ ਦੂਜੇ ਪਾਸੇ ਦੁਬਈ ਤੋਂ ਟੋਰਾਂਟੋ ਦੀਆਂ ਉਡਾਨਾਂ ਜੂਨ 3 ਤੋਂ ਸ਼ੁਰੂ ਹੋ ਰਹੀਆਂ ਨੇ। ਕੈਨੇਡੀਅਨ ਐਮਬੈਸੀ ਇਨ ਅਬੂ ਧਾਬੀ ਅਤੇ ਕੌਂਸਲੇਟ ਜਨਰਲ ਇਨ ਦੁਬਈ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਕਿ ਕੈਨੇਡਾ ਦੀ ਨੈਸ਼ਨਲ ਕੈਰੀਅਰ ਵੱਲੋਂ ਹਫ਼ਤਾਵਾਰੀ 3 ਨਾਨ ਸਟਾਪ ਸਰਵਿਸਿਜ਼ ਦਿੱਤੀਆਂ ਜਾਣਗੀਆਂ। ਟੋਰਾਂਟੋ ਤੋਂ ਦੁਬਈ ਨੂੰ ਮੰਗਲਵਾਰ, ਵੀਰਵਾਰ ਅਤੇ ਸ਼ਨੀਵਾਰ ਨੂੰ ਫਲਾਈਟਾਂ ਚਲਾਈਆਂ ਜਾਣਗੀਆਂ, ਜਦਕਿ ਦੁਬਈ ਤੋਂ ਟੋਰਾਂਟੋ ਦੇ ਵਾਸਤੇ ਬੁੱਧਵਾਰ, ਸ਼ੁੱਕਰਵਾਰ ਅਤੇ ਐਤਵਾਰ ਨੂੰ ਉਡਾਨਾਂ ਚੱਲਣਗੀਆਂ। ਫਰਵਰੀ ਮਹੀਨੇ ਏਅਰ ਕੈਨੇਡਾ ਵੱਲੋਂ ਯੂਐਸ ਅਤੇ ਬਾਕੀ ਇੰਟਰਨੈਸ਼ਨਲ ਰੂਟਸ ਦੇ ਉੱਪਰ ਸਾਰੀਆਂ ਉਡਾਨਾਂ ਦੇ ਉੱਪਰ ਰੋਕ ਲਗਾ ਦਿੱਤੀ ਗਈ ਸੀ। ਇਸ ਦੇ ਨਾਲ ਹੀ ਦੁਬਈ ਵੱਲੋਂ ਮੌਂਟਰੀਅਲ, ਟੋਰਾਂਟੋ, ਵੈਨਕੂਵਰ, ਬੋਸਟਨ, ਨਿਊਯਾਰਕ, ਸਿਆਟਲ ਅਤੇ ਵਾਸ਼ਿੰਗਟਨ ਦੇ ਨਾਲ ਉਡਾਨਾਂ ਬੰਦ ਕੀਤੀਆਂ ਗਈਆਂ ਸਨ। ਮੌਜੂਦਾ ਸਮੇਂ ਕੈਨੇਡਾ ਵੱਲੋਂ ਅੰਤਰਰਾਸ਼ਟਰੀ ਉਡਾਨਾਂ ਦੇ ਉੱਪਰ ਰੋਕ ਲਗਾਈ ਗਈ ਹੈ। ਸਿਰਫ ਅਸੈਂਸ਼ੀਅਲ ਟਰੈਵਲ ਜਾਣੀ ਕਿ ਜ਼ਰੂਰੀ ਯਾਤਰਾ ਨੂੰ ਹੀ ਕੈਨੇਡਾ ਵੱਲੋਂ ਇਜਾਜ਼ਤ ਦਿੱਤੀ ਜਾ ਰਹੀ ਹੈ। ਇਸ ਦੇ ਵਾਸਤੇ ਕੈਨੇਡਾ ਵੱਲੋਂ ਕੁਝ ਸ਼ਰਤਾਂ ਰੱਖੀਆਂ ਗਈਆਂ ਨੇ। NACI ਵੱਲੋਂ ਕੋਵਿਡ-19 ਵੈਕਸੀਨ ਸੰਬੰਧੀ ਖਾਸ ਜਾਣਕਾਰੀ ਸਾਂਝੀ ਕੀਤੀ ਗਈ ਹੈ, ਜਿੱਥੇ ਉਹਨਾਂ ਨੇ ਦੱਸਿਆ ਹੈ ਕਿ ਜਿਨ੍ਹਾਂ ਵਿਅਕਤੀਆਂ ਵੱਲੋਂ ਜਾਂ ਫਿਰ ਜਿਹੜੇ ਵੀ ਕੈਨੇਡੀਅਨਸ ਨੇ ਐਸਟ੍ਰਾਜੈਨੇਕਾ ਵੈਕਸੀਨ ਦਾ ਪਹਿਲਾ ਡੋਜ਼ ਲਗਵਾਇਆ, ਉਹਨਾਂ ਨੂੰ ਫਾਈਜ਼ਰ ਜਾਂ ਫਿਰ ਮੋਡਰਨਾ ਵੈਕਸੀਨ ਦੀ ਦੂਸਰੀ ਡੋਜ਼ ਲਗਾਈ ਜਾ ਸਕਦੀ ਹੈ। ਜੋ ਸਪੇਨ ਵੱਲੋਂ ਮਿਕਸ ਐਂਡ ਮੈਚ ਦੇ ਸੰਬੰਧੀ ਸਟੱਡੀ ਪ੍ਰਕਾਸ਼ਿਤ ਕੀਤੀ ਗਈ ਸੀ, ਉਸ ਦੇ ਚੱਲਦਿਆਂ NACI ਵੱਲੋਂ ਆਪਣੀਆਂ ਰეკਮੈਂਡੇਸ਼ਨਸ ਦੱਸੀਆਂ ਗਈਆਂ ਨੇ। NACI ਵੱਲੋਂ ਐਸਟ੍ਰਾਜੈਨੇਕਾ, ਫਾਈਜ਼ਰ ਅਤੇ ਮੋਡਰਨਾ ਕੋਵਿਡ-19 ਵੈਕਸੀਨ ਮਿਲਾ ਕੇ ਲਗਾਉਣ ਦੇ ਉੱਪਰ ਸਹਿਮਤੀ ਪ੍ਰਗਟਾਈ ਗਈ ਹੈ। ਕੈਨੇਡਾ ਦੀ ਨੈਸ਼ਨਲ ਐਡਵਾਈਜ਼ਰੀ ਕਮੇਟੀ ਔਨ ਇਮਿਊਨਾਈਜ਼ੇਸ਼ਨ ਵੱਲੋਂ ਕੋਵਿਡ-19 ਵੈਕਸੀਨ ਦੇ ਬਾਰੇ ਵਿੱਚ ਆਪਣੀ ਗਾਈਡੈਂਸ ਸਾਂਝੀ ਕੀਤੀ ਗਈ, ਜਿੱਥੇ ਉਹਨਾਂ ਨੇ ਕਿਹਾ ਕਿ ਵੈਕਸੀਨ ਨੂੰ ਸੁਰੱਖਿਅਤ ਤਰੀਕੇ ਦੇ ਨਾਲ ਮਿਕਸ ਐਂਡ ਮੈਚ ਕੀਤਾ ਜਾ ਸਕਦਾ ਹੈ। ਨਵੀਆਂ ਰეკਮੈਂਡੇਸ਼ਨ ਜੂਨ 1 ਨੂੰ ਜਾਰੀ ਕੀਤੀਆਂ ਗਈਆਂ, ਜਿਸ ਦੇ ਵਿੱਚ ਕਿਹਾ ਗਿਆ ਕਿ ਜਿਨ੍ਹਾਂ ਵੱਲੋਂ ਐਸਟ੍ਰਾਜੈਨੇਕਾ ਵੈਕਸੀਨ ਦਾ ਪਹਿਲਾ ਡੋਜ਼ ਲਗਾਇਆ ਗਿਆ, ਉਹ ਦੂਸਰਾ ਡੋਜ਼ ਫਾਈਜ਼ਰ ਜਾਂ ਫਿਰ ਮੋਡਰਨਾ ਵੈਕਸੀਨ ਦਾ ਲਗਵਾ ਸਕਦੇ ਨੇ। ਪਰ ਜਿਨ੍ਹਾਂ ਵੱਲੋਂ ਫਾਈਜ਼ਰ ਤੇ ਮੋਡਰਨਾ ਵੈਕਸੀਨ ਦਾ ਪਹਿਲਾ ਸ਼ਾਟ ਲਗਵਾਇਆ ਗਿਆ, ਉਹ ਐਸਟ੍ਰਾਜੈਨੇਕਾ ਦਾ ਦੂਸਰਾ ਸ਼ਾਟ ਨਹੀਂ ਲਗਵਾ ਸਕਣਗੇ। NACI ਦਾ ਕਹਿਣਾ ਹੈ ਕਿ ਜਿਨ੍ਹਾਂ ਵੱਲੋਂ mRNA ਵੈਕਸੀਨ ਦਾ ਪਹਿਲਾ ਸ਼ਾਟ ਲਗਵਾਇਆ ਗਿਆ, ਉਹਨਾਂ ਨੂੰ ਦੂਸਰਾ ਸ਼ਾਟ ਵੀ ਉਸੇ ਵੈਕਸੀਨ ਦਾ ਲਗਵਾਉਣਾ ਹੋਵੇਗਾ। ਯੂਰਪ ਦੀ ਸਟੱਡੀ ਤੋਂ ਇਹ ਪਤਾ ਚੱਲਿਆ ਕਿ ਵੈਕਸੀਨ ਦੀ ਮਿਕਸ ਐਂਡ ਮੈਚ ਜਾਣੀ ਕਿ ਮਿਲਾ ਕੇ ਵੈਕਸੀਨ ਨੂੰ ਲਗਾਉਣਾ ਸੁਰੱਖਿਅਤ ਹੈ। ਇਸ ਦਾ ਕੋਈ ਵੀ ਬੁਰਾ ਪ੍ਰਭਾਵ ਨਜ਼ਰ ਨਹੀਂ ਆਇਆ। ਇਸ ਤੋਂ ਪਹਿਲਾਂ ਮਈ 12 ਨੂੰ ਯੂਨੀਵਰਸਿਟੀ ਆਫ ਆਕਸਫੋਰਡ ਵੱਲੋਂ ਵੀ ਇੱਕ ਸਟੱਡੀ ਸਾਂਝੀ ਕੀਤੀ ਗਈ ਸੀ, ਜਿੱਥੇ ਉਹਨਾਂ ਨੇ ਇਸ ਵੈਕਸੀਨ ਨੂੰ ਮਿਲਾ ਕੇ ਲਗਾਉਣ ਦੇ ਬਾਰੇ ਵਿੱਚ ਆਪਣੇ ਵਿਚਾਰਾਂ ਦੀ ਸਾਂਝ ਪਾਈ ਸੀ। ਇਸ ਤੋਂ ਬਾਅਦ ਮਈ 18 ਨੂੰ ਸਪੈਨਿਸ਼ ਸਟੱਡੀ ਰਿਲੀਜ਼ ਕੀਤੀ ਗਈ, ਜਿਸ ਦੇ ਵਿੱਚ ਕਿਹਾ ਗਿਆ ਕਿ ਟੀਕੇ ਨੂੰ ਮਿਲਾ ਕੇ ਲਗਾਉਣਾ ਸੁਰੱਖਿਅਤ ਹੈ। ਕੈਨੇਡਾ ਦੇ ਕੁਝ ਸੂਬਿਆਂ ਵੱਲੋਂ ਐਸਟ੍ਰਾਜੈਨੇਕਾ ਵੈਕਸੀਨ ਲਗਾਉਣ ਨੂੰ ਕੁਝ ਸਮੇਂ ਦੇ ਵਾਸਤੇ ਰੋਕਿਆ ਗਿਆ, ਜਿਸ ਤੋਂ ਬਾਅਦ ਲਗਾਤਾਰ ਵੈਕਸੀਨ ਨੂੰ ਮਿਲਾ ਕੇ ਲਗਾਉਣ ਦੀ ਗੱਲ ਉੱਠ ਰਹੀ ਸੀ। ਹੁਣ NACI ਵੱਲੋਂ ਇਸ ਸੰਬੰਧੀ ਸਪਸ਼ਟ ਕੀਤਾ ਗਿਆ ਕਿ ਜਿਨ੍ਹਾਂ ਵੱਲੋਂ ਵੈਕਸੀਨ ਜਾਣੀ ਕਿ ਐਸਟ੍ਰਾਜੈਨੇਕਾ ਵੈਕਸੀਨ ਦਾ ਪਹਿਲਾ ਸ਼ਾਟ ਲਗਵਾਇਆ ਗਿਆ, ਉਹ ਫਾਈਜ਼ਰ ਜਾਂ ਫਿਰ ਮੋਡਰਨਾ ਦਾ ਦੂਸਰਾ ਸ਼ਾਟ ਲਗਵਾ ਸਕਣਗੇ। ਬ੍ਰਿਟਿਸ਼ ਕੋਲੰਬੀਆ ਦੇ ਕੈਮਲੂਪਸ ਦੇ ਇੱਕ ਸਾਬਕਾ ਰੈਜ਼ੀਡੈਂਸ਼ੀਅਲ ਸਕੂਲ ਦੇ ਵਿੱਚੋਂ 215 ਬੱਚਿਆਂ ਦੇ ਰਿਮੇਨਸ ਮਿਲੇ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਇਹਨਾਂ ਬੱਚਿਆਂ ਦੀ ਯਾਦ ਦੇ ਵਿੱਚ ਮੈਮੋਰੀਅਲ ਬਣਾਉਣ ਦਾ ਐਲਾਨ ਕੀਤਾ ਗਿਆ। ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਦੇ ਉੱਪਰ ਇਸ ਸੰਬੰਧੀ ਜਾਣਕਾਰੀ ਸਾਂਝੀ ਕੀਤੀ ਹੈ। ਬ੍ਰਿਟਿਸ਼ ਕੋਲੰਬੀਆ ਦੇ ਕੈਮਲੂਪਸ ਤੋਂ 215 ਬੱਚਿਆਂ ਦੇ ਰਿਮੇਨਸ ਮਿਲੇ ਸਨ। ਇਸ ਸੰਬੰਧੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਮੈਮੋਰੀਅਲ ਬਣਾਉਣ ਦਾ ਐਲਾਨ ਕੀਤਾ ਗਿਆ ਹੈ।
ਪ੍ਰਧਾਨ ਮੰਤਰੀ ਵੱਲੋਂ 215 ਬੱਚਿਆਂ ਦੀ ਯਾਦ ਦੇ ਵਿੱਚ ਮੈਮੋਰੀਅਲ ਬਣਾਉਣ ਦਾ ਐਲਾਨ ਆਪਣੇ ਸੋਸ਼ਲ ਮੀਡੀਆ ਦੇ ਉੱਪਰ ਕੀਤਾ ਗਿਆ। ਜ਼ਿਕਰਯੋਗ ਹੈ ਕਿ ਬ੍ਰਿਟਿਸ਼ ਕੋਲੰਬੀਆ ਦੇ ਕੈਮਲੂਪਸ ਦੇ ਇੱਕ ਸਾਬਕਾ ਰੈਸੀਡੈਂਸ਼ੀਅਲ ਸਕੂਲ ਦੇ ਵਿੱਚੋਂ 215 ਬੱਚਿਆਂ ਦੇ ਰਿਮੇਨਸ ਜਾਣੀ ਕਿ ਅਵਸ਼ੇਸ਼ ਅੰਗ ਬਰਾਮਦ ਹੋਏ ਸਨ, ਜਿਸ ਤੋਂ ਬਾਅਦ ਕੈਨੇਡਾ ਦੇ ਵਿੱਚ ਲਗਾਤਾਰ ਇਸ ਸੰਬੰਧੀ ਪ੍ਰਦਰਸ਼ਨ ਵੀ ਕੀਤੇ ਜਾ ਰਹੇ ਨੇ। ਕੈਨੇਡਾ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਇਸ ਘਟਨਾ ਦੇ ਸੰਬੰਧੀ ਝੰਡਿਆਂ ਨੂੰ ਵੀ ਅੱਧਾ ਝੁਕਾਇਆ ਗਿਆ। ਇਨ੍ਹਾਂ ਬੱਚਿਆਂ ਵਿੱਚੋਂ ਕਈਆਂ ਦੀ ਉਮਰ 3 ਸਾਲ ਦੇ ਨੇੜੇ ਵੀ ਦੱਸੀ ਗਈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਇਸ ਘਟਨਾ ਸੰਬੰਧੀ ਆਪਣੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਸੀ ਤੇ ਹੁਣ ਇਨ੍ਹਾਂ ਬੱਚਿਆਂ ਦੀ ਯਾਦ ਦੇ ਵਿੱਚ ਮੈਮੋਰੀਅਲ ਬਣਾਇਆ ਜਾਵੇਗਾ। ਇਸ ਦਾ ਐਲਾਨ ਵੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਕਰ ਦਿੱਤਾ ਗਿਆ ਹੈ। ਪ੍ਰਿੰਸ ਜਾਰਜ ਤੋਂ ਮਾਮਲਾ ਸਾਹਮਣੇ ਆਇਆ ਜਿੱਥੇ ਆਰਸੀਐਮਪੀ ਦੇ ਇੱਕ ਆਫੀਸਰ ਵੱਲੋਂ ਵਿਅਕਤੀ ਦੇ ਉੱਪਰ ਗੋਲੀ ਚਲਾਈ ਗਈ ਹੈ। ਇਸ ਸੰਬੰਧੀ ਹੁਣ ਪੁਲਿਸ ਵੱਲੋਂ ਜਾਂਚ ਪੜਤਾਲ ਜਾਣੀ ਕਿ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ। ਫਿਲਹਾਲ ਜਿਸ ਵਿਅਕਤੀ ਦੇ ਉੱਪਰ ਗੋਲੀ ਚਲਾਈ ਗਈ ਉਸ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ। ਪਹਿਲਾਂ ਉਸ ਨੂੰ ਫਰਸਟ ਏਡ ਦਿੱਤੀ ਗਈ, ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਲੈ ਕੇ ਜਾਇਆ ਗਿਆ। ਮਾਮਲਾ ਪ੍ਰਿੰਸ ਜਾਰਜ ਤੋਂ ਸਾਹਮਣੇ ਆਇਆ ਜਿੱਥੇ ਇੱਕ ਵਿਅਕਤੀ ਨੂੰ ਗੋਲੀ ਲੱਗਣ ਤੋਂ ਬਾਅਦ ਪੁਲਿਸ ਨੂੰ ਬੁਲਾਇਆ ਗਿਆ। ਆਰਸੀਐਮਪੀ ਆਫੀਸਰ ਵੱਲੋਂ ਵਿਅਕਤੀ ਨੂੰ ਗੋਲੀ ਮਾਰੀ ਗਈ, ਜਿਸ ਤੋਂ ਬਾਅਦ ਬ੍ਰਿਟਿਸ਼ ਕੋਲੰਬੀਆ ਪੁਲਿਸ ਵਾਚਡੌਗ ਵੱਲੋਂ ਇਸ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ। ਆਰਸੀਐਮਪੀ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਦੇ ਮੁਤਾਬਕ ਪ੍ਰਿੰਸ ਜਾਰਜ ਦੇ ਵਿੱਚ ਆਫੀਸਰ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਸੀ ਜਦੋਂ ਇਹ ਘਟਨਾ ਵਾਪਰੀ। ਇਹ ਜਾਂਚ ਸੋਮਵਾਰ ਸਵੇਰੇ 7 ਵਜੇ ਕੀਤੀ ਜਾ ਰਹੀ ਸੀ, ਜਿਸ ਦੌਰਾਨ ਆਫੀਸਰ ਅਤੇ ਵਿਅਕਤੀ ਆਪਸ ਦੇ ਵਿੱਚ ਉਲਝ ਗਏ। ਆਰਸੀਐਮਪੀ ਡਾਇਰੈਕਟਰ ਇੰਚਾਰਜ ਵੱਲੋਂ ਇਸ ਸੰਬੰਧੀ ਸਟੇਟਮੈਂਟ ਜਾਰੀ ਕੀਤੀ ਗਈ ਹੈ, ਜਿਸ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਆਫੀਸਰ ਵੱਲੋਂ ਵਿਅਕਤੀ ਦੇ ਉੱਪਰ ਗੋਲੀ ਚਲਾਈ ਗਈ। ਵਿਅਕਤੀ ਨੂੰ ਫਰਸਟ ਏਡ ਦੇਣ ਤੋਂ ਬਾਅਦ ਹਸਪਤਾਲ ਵਿੱਚ ਲੈ ਕੇ ਜਾਇਆ ਗਿਆ ਕਿਉਂਕਿ ਉਸ ਨੂੰ ਇਸ ਦੌਰਾਨ ਕਾਫੀ ਗੰਭੀਰ ਸੱਟਾਂ ਆਈਆਂ ਸਨ। ਇੰਡੀਪੈਂਡੈਂਟ ਇਨਵੈਸਟੀਗੇਸ਼ਨਸ ਆਫੀਸਰ ਵੱਲੋਂ ਇਸ ਸੰਬੰਧੀ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਹੁਣ ਤੱਕ ਦੀ ਜਾਣਕਾਰੀ ਦੇ ਮੁਤਾਬਕ ਵਿਅਕਤੀ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ ਤੇ ਬ੍ਰਿਟਿਸ਼ ਕੋਲੰਬੀਆ ਪੁਲਿਸ ਵਾਚਡੌਗ ਵੱਲੋਂ ਇਸ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਨਸ਼ੇ ਚਿੰਤਾ ਦਾ ਵਿਸ਼ਾ ਬਣਦੇ ਜਾ ਰਹੇ ਨੇ। ਇਲਿਸਿਟ ਡਰੱਗ ਨੇ ਕਈ ਜਾਨਾਂ ਲੈ ਲਈਆਂ। ਇੱਕ ਮਹੀਨੇ ਦੌਰਾਨ 176 ਜਾਨਾਂ ਇਲਿਸਿਟ ਡਰੱਗ ਦੇ ਕਾਰਨ ਗਈਆਂ ਨੇ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਕਿਸ ਤਰ੍ਹਾਂ ਮੌਤਾਂ ਦਾ ਅੰਕੜਾ ਇਸ ਦੇ ਕਾਰਨ ਵਧਦਾ ਹੀ ਜਾ ਰਿਹਾ, ਇਸ ਦੀ ਜਾਣਕਾਰੀ ਸਾਂਝੀ ਕੀਤੀ ਗਈ ਹੈ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਅਪ੍ਰੈਲ ਮਹੀਨੇ 176 ਜਾਣਿਆਂ ਦੀ ਇਲਿਸਿਟ ਡਰੱਗ ਦੇ ਕਾਰਨ ਜਾਨ ਚਲੀ ਗਈ। BC ਕਾਰਨਰਸ ਸਰਵਿਸ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ, ਜਿੱਥੇ ਉਹਨਾਂ ਨੇ ਦੱਸਿਆ ਕਿ 176 ਜਾਣਿਆਂ ਦੀ ਮੌਤ ਦਾ ਕਾਰਨ ਇਲਿਸਿਟ ਡਰੱਗ ਬਣਿਆ। ਅਪ੍ਰੈਲ ਮਹੀਨੇ 176 ਜਾਣਿਆਂ ਦੀ ਇਸ ਕਾਰਨ ਜਾਨ ਚਲੀ ਗਈ। ਪਿਛਲੇ ਸਾਲ ਦੇ ਮੁਕਾਬਲੇ ਇਸ ਮਹੀਨੇ ਇਹਨਾਂ ਮੌਤਾਂ ਦੇ ਵਿੱਚ 43% ਦਾ ਵਾਧਾ ਦਰਜ ਕੀਤਾ ਗਿਆ। ਇਹ ਲਗਾਤਾਰ 14ਵਾਂ ਅਜਿਹਾ ਮਹੀਨਾ ਹੈ ਜਿੱਥੇ 100 ਤੋਂ ਵੱਧ ਲੋਕਾਂ ਦੀ ਜਾਨ ਇਲਿਸਿਟ ਡਰੱਗ ਨੇ ਲੈ ਲਈ, ਜਿਸ ਦਾ ਮਤਲਬ ਹੈ ਕਿ ਇਸ ਸਾਲ ਦੇ ਦੌਰਾਨ 680 ਲੋਕਾਂ ਦੀ ਜਾਨ ਇਸ ਕਾਰਨ ਜਾ ਚੁੱਕੀ ਹੈ। ਕਾਰਨਰ ਚੀਫ ਵੱਲੋਂ ਇਸ ਸੰਬੰਧੀ ਆਪਣੇ ਵਿਚਾਰਾਂ ਦੀ ਸਾਂਝ ਪਾਉਂਦੇ ਹੋਏ ਦੱਸਿਆ ਗਿਆ ਕਿ ਇਹ ਇਲਿਸਿਟ ਡਰੱਗ ਕਿੰਨੇ ਖਤਰਨਾਕ ਸਾਬਿਤ ਹੋ ਰਹੇ ਨੇ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਨਸ਼ਿਆਂ ਦੀ ਸਪਲਾਈ ਵਧਦੀ ਹੀ ਜਾ ਰਹੀ ਹੈ। ਇਹ ਜਾਣਕਾਰੀ ਸਰਵਿਸ ਵੱਲੋਂ ਦਿੱਤੀ ਗਈ। ਇਸ ਸਾਲ 86% ਲੋਕਾਂ ਦੀ ਜਾਨ ਫੈਂਟਾਨਲ ਦੇ ਕਾਰਨ ਗਈ ਹੈ। ਇਸ ਸਾਲ ਦੇ ਵਿੱਚ ਜ਼ਿਆਦਾਤਰ ਜਿਨ੍ਹਾਂ ਦੀ ਮੌਤ ਇਸ ਦੇ ਕਾਰਨ ਹੋਈ ਉਹਨਾਂ ਦੇ ਵਿੱਚ ਮੇਲ ਜਾਣੀ ਕਿ ਵਿਅਕਤੀ ਸ਼ਾਮਲ ਨੇ, ਜਿਨ੍ਹਾਂ ਦੀ ਉਮਰ 50 ਸਾਲ ਤੋਂ ਵੱਧ ਹੈ। ਇਸ ਨਸ਼ੇ ਦੇ ਕਾਰਨ 12 ਸਾਲ ਦੀ ਲੜਕੀ ਦੀ ਵੀ ਜਾਨ ਜਾ ਚੁੱਕੀ ਹੈ, ਜੋ ਕਿ ਇਸ ਦੇ ਕਾਰਨ ਮਰਨ ਵਾਲੀ ਸਭ ਤੋਂ ਛੋਟੀ ਉਮਰ ਦੀ ਲੜਕੀ ਹੈ। ਉਸ ਦੀ ਮੌਤ ਵਿਕਟੋਰੀਆ ਦੇ ਹਸਪਤਾਲ ਦੇ ਵਿੱਚ ਹੋਈ। ਇਸ ਵੱਲੋਂ ਨਸ਼ੇ ਦੀ ਵਰਤੋਂ ਅਪ੍ਰੈਲ 14 ਨੂੰ ਆਪਣੀ ਦੋਸਤ ਦੇ ਘਰ ਕੀਤੀ ਗਈ ਸੀ। ਬ੍ਰਿਟਿਸ਼ ਕੋਲੰਬੀਆ ਮਿਨਿਸਟਰ ਆਫ ਮੈਂਟਲ ਹੈਲਥ ਐਂਡ ਐਡਿਕਸ਼ਨਸ ਵੱਲੋਂ ਵੀ ਇਸ ਸੰਬੰਧੀ ਆਪਣੀ ਚਿੰਤਾ ਦਾ ਪ੍ਰਗਟਾਵਾ ਕੀਤਾ ਗਿਆ, ਜਿੱਥੇ ਉਹਨਾਂ ਨੇ ਦੱਸਿਆ ਕਿ ਹਾਲਾਤਾਂ ਦੇ ਵਿੱਚ ਸੁਧਾਰ ਹੁੰਦਾ ਹੋਇਆ ਦਿਖਾਈ ਨਹੀਂ ਦੇ ਰਿਹਾ। ਬ੍ਰਿਟਿਸ਼ ਕੋਲੰਬੀਆ ਵੱਲੋਂ 2016 ਦੇ ਵਿੱਚ ਪਬਲਿਕ ਹੈਲਥ ਐਮਰਜੈਂਸੀ ਦਾ ਐਲਾਨ ਕੀਤਾ ਗਿਆ ਸੀ। ਉਦੋਂ ਤੋਂ ਹੁਣ ਤੱਕ 7000 ਲੋਕਾਂ ਦੀ ਜਾਨ ਇਨ੍ਹਾਂ ਟਾਕਸਿਕ ਡਰੱਗਸ ਦੇ ਕਾਰਨ ਜਾ ਚੁੱਕੀ ਹੈ। ਕੋਰੋਨਾ ਵਾਇਰਸ ਦੀ ਤੀਸਰੀ ਲਹਿਰ ਦੇ ਦੌਰਾਨ ਆਰਥਿਕਤਾ ਦੇ ਵਿੱਚ ਕਾਫੀ ਜ਼ਿਆਦਾ ਉਤਾਰ ਚੜਾਵ ਦੇਖਿਆ ਗਿਆ। ਫਸਟ ਕੁਆਰਟਰ ਦੇ ਵਿੱਚ ਕੈਨੇਡਾ ਦੀ ਆਰਥਿਕਤਾ ਸੁਧਰਦੀ ਹੋਈ ਦਿਖਾਈ ਦਿੱਤੀ ਹੈ। ਦੂਜੇ ਪਾਸੇ ਅਪ੍ਰੈਲ ਮਹੀਨੇ ਇਸ ਦੇ ਵਿੱਚ ਗਿਰਾਵਟ ਦਰਜ ਕੀਤੀ ਗਈ। ਇਸ ਸੰਬੰਧੀ ਸਾਰੀ ਜਾਣਕਾਰੀ ਸਟੈਟਿਸਟਿਕਸ ਕੈਨੇਡਾ ਵੱਲੋਂ ਸਾਂਝੀ ਕੀਤੀ ਗਈ ਕਿ ਕਿਸ ਤਰ੍ਹਾਂ ਕੋਰੋਨਾ ਵਾਇਰਸ ਦਾ ਪ੍ਰਭਾਵ ਆਰਥਿਕਤਾ ਜਾਣੀ ਕਿ ਇਕਨੋਮੀ ਦੇ ਉੱਪਰ ਪਿਆ। ਕੋਰੋਨਾ ਵਾਇਰਸ ਦੀ ਤੀਸਰੀ ਲਹਿਰ ਦੇ ਦੌਰਾਨ ਆਰਥਿਕਤਾ ਦੇ ਵਿੱਚ ਕਾਫੀ ਉਤਾਰ ਚੜਾਵ ਦੇਖਿਆ ਗਿਆ।
ਸਟੈਟਿਸਟਿਕਸ ਕੈਨੇਡਾ ਵੱਲੋਂ ਆਰਥਿਕਤਾ ਦੇ ਬਾਰੇ ਵਿੱਚ ਜਾਣਕਾਰੀ ਸਾਂਝੀ ਕੀਤੀ ਗਈ, ਜਿੱਥੇ ਉਹਨਾਂ ਨੇ ਜਾਣਕਾਰੀ ਸਾਂਝੀ ਕੀਤੀ ਕਿ ਸਾਲ ਦੇ ਪਹਿਲੇ ਕੁਆਰਟਰ ਦੌਰਾਨ ਆਰਥਿਕਤਾ 5.6% ਵਧ ਰਹੀ। ਆਰਥਿਕਤਾ ਦੇ ਲਈ ਪਹਿਲਾ ਕੁਆਰਟਰ ਕਾਫੀ ਵਧੀਆ ਰਿਹਾ। 2020 ਦੇ ਅਖੀਰਲੇ 3 ਮਹੀਨਿਆਂ ਦੇ ਵਿੱਚ ਇਕਾਨਮੀ 9.6% ਘੱਟ ਦਰਜ ਕੀਤੀ ਗਈ। ਪਾਬੰਦੀਆਂ ਦੇ ਵਿੱਚ ਰਾਹਤ ਦੇਣ ਦੇ ਨਾਲ ਆਰਥਿਕਤਾ ਦੇ ਵਿੱਚ ਵਾਧਾ ਹੁੰਦਾ ਹੋਇਆ ਦਿਖਾਈ ਦੇ ਰਿਹਾ ਹੈ। ਮਾਰਚ ਮਹੀਨੇ ਗ੍ਰੌਸ ਡੋਮੈਸਟਿਕ ਪ੍ਰੋਡਕਟ 1.1% ਦੇ ਨਾਲ ਵਧ ਰਿਹਾ, ਜੋ ਕਿ ਫਰਵਰੀ ਮਹੀਨੇ 0.4% ਸੀ। ਆਰਥਿਕਤਾ ਸੰਬੰਧੀ ਇੱਕ ਖਾਸ ਜਾਣਕਾਰੀ ਇਹ ਵੀ ਸਾਹਮਣੇ ਆਈ ਕਿ ਇਕਾਨਮੀ ਦੇ ਵਿੱਚ ਹਾਊਸਿੰਗ ਵੱਲੋਂ ਖਾਸ ਯੋਗਦਾਨ ਪਾਇਆ ਗਿਆ। ਹਾਊਸਿੰਗ ਦੇ ਕਾਰਨ ਜੌਬ ਮਾਰਕੀਟ ਦੇ ਵਿੱਚ ਵੀ ਸੁਧਾਰ ਦੇਖਿਆ ਗਿਆ। ਇਸ ਦੇ ਨਾਲ ਮੋਰਟਗੇਜ ਰੇਟ ਵੀ ਘੱਟ ਹੋਈ, ਫਿਊਲ ਰਿਕਵਰੀ ਵੀ ਨਜ਼ਰ ਆਈ। ਏਜੰਸੀ ਦੀ ਜਾਣਕਾਰੀ ਦੇ ਮੁਤਾਬਕ ਪਬਲਿਕ ਸੈਕਟਰ ਆਊਟਪੁੱਟ ਨੇ ਸਰਵਿਸ ਪ੍ਰੋਡਿਊਸਿੰਗ ਮਾਰਕੀਟ ਦੇ ਵਿੱਚ ਵੀ ਯੋਗਦਾਨ ਪਾਇਆ। ਸਟੈਟਿਸਟਿਕਸ ਕੈਨੇਡਾ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਦੇ ਮੁਤਾਬਕ ਕੁੱਲ ਮਿਲਾ ਕੇ ਪੈਂਡੈਮਿਕ ਤੋਂ ਪਹਿਲਾਂ ਦੇ ਮੁਕਾਬਲੇ ਸਾਲ ਦੇ ਪਹਿਲੇ ਕੁਆਰਟਰ ਦੌਰਾਨ ਆਰਥਿਕਤਾ 1% ਹੀ ਘੱਟ ਦਰਜ ਕੀਤੀ ਗਈ। ਸਟੈਟਿਸਟਿਕਸ ਕੈਨੇਡਾ ਵੱਲੋਂ ਇਹ ਵੀ ਦੱਸਿਆ ਗਿਆ ਕਿ ਦੂਸਰੇ ਕੁਆਰਟਰ ਜਾਣੀ ਕਿ ਅਪ੍ਰੈਲ ਮਹੀਨੇ ਆਰਥਿਕਤਾ ਦੇ ਵਿੱਚ ਗਿਰਾਵਟ ਦਰਜ ਕੀਤੀ ਗਈ, ਜਿੱਥੇ ਇਕਾਨਮੀ 0.8% ਦੇ ਨਾਲ ਘੱਟ ਦਰਜ ਕੀਤੀ ਗਈ। ਸਟੈਟਿਸਟਿਕਸ ਕੈਨੇਡਾ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਦੇ ਮੁਤਾਬਕ ਇਹ ਕਿਹਾ ਜਾ ਸਕਦਾ ਹੈ ਕਿ ਕਰੋਨਾ ਵਾਇਰਸ ਜਾਣੀ ਕਿ ਕੋਵਿਡ-19 ਦੀ ਤੀਸਰੀ ਲਹਿਰ ਦੇ ਦੌਰਾਨ ਆਰਥਿਕਤਾ ਦੇ ਵਿੱਚ ਕਾਫੀ ਉਤਾਰ ਚੜਾਵ ਦੇਖਿਆ ਗਿਆ। ਸਾਲ ਦੇ ਪਹਿਲੇ ਕੁਆਰਟਰ ਆਰਥਿਕਤਾ ਦੇ ਵਿੱਚ ਸੁਧਾਰ ਹੋਇਆ ਤੇ ਸਾਲ ਦੇ ਦੂਸਰੇ ਕੁਆਰਟਰ ਦੀ ਸ਼ੁਰੂਆਤ ਡਿਕਲਾਈਨ ਜਾਣੀ ਕਿ ਗਿਰਾਵਟ ਦੇ ਨਾਲ ਹੋਈ ਹੈ। ਚਾਈਨਾ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ, ਜਿੱਥੇ ਉਹਨਾਂ ਨੇ ਦੱਸਿਆ ਕਿ ਪਹਿਲੀ ਵਾਰ ਮਨੁੱਖ ਦੇ ਵਿੱਚ ਬਰਡ ਫਲੂ ਪਾਇਆ ਗਿਆ। ਇਸ ਦੇ ਨਾਲ ਸੰਬੰਧਿਤ ਮਾਮਲੇ ਦੀ ਚਾਈਨਾ ਵੱਲੋਂ ਪੁਸ਼ਟੀ ਕੀਤੀ ਗਈ ਹੈ। ਉਹਨਾਂ ਵੱਲੋਂ ਦੱਸਿਆ ਗਿਆ ਹੈ ਕਿ ਕਿਸ ਵਿਅਕਤੀ ਦੇ ਵਿੱਚ ਇਹ ਮਾਮਲਾ ਸਾਹਮਣੇ ਆਇਆ। ਇਸ ਸੰਬੰਧੀ ਹੋਰ ਵੀ ਸਾਰੀ ਜਾਣਕਾਰੀ ਉਹਨਾਂ ਵੱਲੋਂ ਸਾਂਝੀ ਕੀਤੀ ਗਈ ਹੈ। ਚਾਈਨਾ ਦੇ ਵਿੱਚ ਪਹਿਲਾ ਬਰਡ ਫਲੂ ਦਾ ਮਨੁੱਖ ਦੇ ਨਾਲ ਸੰਬੰਧਿਤ ਮਾਮਲਾ ਸਾਹਮਣੇ ਆਇਆ। ਜੀ ਹਾਂ, ਚਾਈਨਾ ਦੇ ਵਿੱਚ ਅਜਿਹਾ ਪਹਿਲੀ ਵਾਰ ਹੋਇਆ ਹੈ ਜਦੋਂ ਕਿਸੇ ਵਿਅਕਤੀ ਦੇ ਵਿੱਚ ਬਰਡ ਫਲੂ ਪਾਇਆ ਗਿਆ ਹੋਵੇ। ਅਜੇ ਪੂਰੇ ਵਿਸ਼ਵ ਦੇ ਵਿੱਚ ਕਰੋਨਾ ਵਾਇਰਸ ਦੀ ਚਰਚਾ ਖਤਮ ਨਹੀਂ ਹੋਈ ਤੇ ਦੂਜੇ ਪਾਸੇ ਚਾਈਨਾ ਤੋਂ ਨਵੀਂ ਜਾਣਕਾਰੀ ਸਾਹਮਣੇ ਆਈ ਹੈ, ਜਿੱਥੇ H1N1 ਦੇ ਨਾਲ ਸੰਬੰਧਿਤ ਪਹਿਲਾ ਹਿਊਮਨ ਕੇਸ ਪਾਇਆ ਗਿਆ। ਆਮ ਤੌਰ ਦੇ ਉੱਪਰ ਏਵੀਅਨ ਫਲੂ ਪਕਸ਼ੀਆਂ ਦੇ ਵਿੱਚ ਪਾਇਆ ਜਾਂਦਾ ਹੈ। ਜਿਸ ਵਿਅਕਤੀ ਦੇ ਵਿੱਚ ਇਹ ਫਲੂ ਪਾਇਆ ਗਿਆ ਉਸ ਦੀ ਉਮਰ 41 ਸਾਲ ਦੇ ਕਰੀਬ ਦੱਸੀ ਗਈ। ਇਹ ਮਾਮਲਾ ਮਈ 28 ਨੂੰ ਸਾਹਮਣੇ ਆਇਆ। ਜਾਣਕਾਰੀ ਦੇ ਮੁਤਾਬਕ ਇਸ ਵਿਅਕਤੀ ਦੀ ਹਾਲਤ ਸਥਿਰ ਦੱਸੀ ਗਈ ਹੈ। ਹੁਣ ਇਸ ਵਿਅਕਤੀ ਨੂੰ ਜਲਦੀ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਜਾਵੇਗੀ। ਇਸ ਦੇ ਨਾਲ ਸੰਬੰਧਿਤ ਜਾਣਕਾਰੀ ਚਾਈਨਾ ਦੀ ਨੈਸ਼ਨਲ ਹੈਲਥ ਕਮਿਸ਼ਨ ਵੱਲੋਂ ਸਾਂਝੀ ਕੀਤੀ ਗਈ ਹੈ। ਉਹਨਾਂ ਨੇ ਕਿਹਾ ਕਿ ਇਸ ਦੇ ਨਾਲ ਸੰਬੰਧਿਤ ਰਿਸਕ ਕਾਫੀ ਘੱਟ ਹੈ। NHC ਵੱਲੋਂ ਇਸ ਸੰਬੰਧੀ ਵਧੇਰੇ ਜਾਣਕਾਰੀ ਫਿਲਹਾਲ ਸਾਂਝੀ ਨਹੀਂ ਕੀਤੀ ਗਈ। ਉਧਰ ਵਰਲਡ ਹੈਲਥ ਆਰਗੇਨਾਈਜੇਸ਼ਨ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਦੇ ਮੁਤਾਬਕ ਸਭ ਤੋਂ ਜ਼ਿਆਦਾ ਪ੍ਰੋਬਲਮੈਟਿਕ ਸਟ੍ਰੇਨ H7N9 ਹੈ, ਜਿਸ ਦੇ ਕਾਰਨ 616 ਲੋਕਾਂ ਦੀ ਜਾਨ ਗਈ। ਇਹ ਵਾਇਰਸ 2013 ਦੇ ਵਿੱਚ ਸਾਹਮਣੇ ਆਇਆ ਸੀ, ਜੋ ਕਿ 2016 ਤੋਂ 17 ਦੌਰਾਨ ਚਾਈਨਾ ਦੇ ਵਿੱਚ ਕਾਫੀ ਜ਼ਿਆਦਾ ਪ੍ਰੋਬਲਮੈਟਿਕ ਜਾਣੀ ਕਿ ਚਿੰਤਾ ਦਾ ਵਿਸ਼ਾ ਬਣਿਆ ਰਿਹਾ। ਉਸ ਤੋਂ ਬਾਅਦ ਹੁਣ ਤੱਕ ਇਸ ਦੇ ਨਾਲ ਸੰਬੰਧਿਤ ਕਿਸੇ ਵਿਅਕਤੀ ਦੇ ਵਿੱਚ ਇਸ ਵਾਇਰਸ ਦੀ ਪੁਸ਼ਟੀ ਨਹੀਂ ਹੋਈ। NHC ਵੱਲੋਂ ਇਹ ਵੀ ਦੱਸਿਆ ਗਿਆ ਕਿ H10N3 ਦੇ ਨਾਲ ਸੰਬੰਧਿਤ ਕੋਈ ਵੀ ਹਿਊਮਨ ਕੇਸ ਜਾਣੀ ਕਿ ਮਨੁੱਖੀ ਕੇਸ ਸਾਹਮਣੇ ਨਹੀਂ ਆਇਆ। ਵਿਸ਼ਵ ਸਿਹਤ ਸੰਗਠਨ ਵੱਲੋਂ ਕਰੋਨਾ ਵਾਇਰਸ ਦੇ ਵੇਰੀਐਂਟ ਸੰਬੰਧੀ ਨਵਾਂ ਫੈਸਲਾ ਲਿਆ ਗਿਆ, ਜਿੱਥੇ ਉਹਨਾਂ ਨੇ ਕਿਹਾ ਕਿ ਕਰੋਨਾ ਵੇਰੀਐਂਟ ਦਾ ਨਾਮ ਉਸ ਦੇਸ਼ ਦੇ ਉੱਪਰ ਨਹੀਂ ਹੋਵੇਗਾ ਜਿੱਥੇ ਕਰੋਨਾ ਦਾ ਰੂਪ ਪਾਇਆ ਗਿਆ, ਬਲਕਿ ਇਹਨਾਂ ਨੂੰ ਹੁਣ ਅਲਫਾ, ਬੀਟਾ, ਗਾਮਾ, ਡੈਲਟਾ ਨਾਮ ਦਿੱਤਾ ਜਾ ਰਿਹਾ ਹੈ। ਕਰੋਨਾ ਵੇਰੀਐਂਟਸ ਦੇ ਨਾਮ ਹੁਣ ਅਲਫਾ, ਬੀਟਾ, ਗਾਮਾ, ਡੈਲਟਾ ਹੋਣਗੇ। ਜੀ ਹਾਂ, WHO ਵੱਲੋਂ ਇਸ ਸੰਬੰਧੀ ਜਾਣਕਾਰੀ ਸਾਂਝੀ ਕੀਤੀ ਗਈ ਹੈ। ਵਰਲਡ ਹੈਲਥ ਆਰਗੇਨਾਈਜੇਸ਼ਨ ਵੱਲੋਂ ਕਰੋਨਾ ਵੇਰੀਐਂਟ ਦੇ ਨਵੇਂ ਨਾਮ ਲਿਆਂਦੇ ਗਏ ਨੇ। ਪਹਿਲਾਂ ਇਹਨਾਂ ਕਰੋਨਾ ਵੇਰੀਐਂਟ ਦੇ ਨਾਮ ਉਸ ਦੇਸ਼ ਤੋਂ ਰੱਖੇ ਜਾ ਰਹੇ ਸਨ ਜਿੱਥੇ ਇਹਨਾਂ ਨੂੰ ਪਹਿਲੀ ਵਾਰੀ ਪਾਇਆ ਜਾ ਰਿਹਾ ਸੀ, ਪਰ ਹੁਣ WHO ਵੱਲੋਂ ਇਹ ਕਿਹਾ ਗਿਆ ਕਿ ਇਹਨਾਂ ਵੇਰੀਐਂਟਸ ਦੇ ਨਾਮ ਅਲਫਾ, ਬੀਟਾ, ਗਾਮਾ, ਡੈਲਟਾ ਹੋਣਗੇ, ਜਿਸ ਦਾ ਮਤਲਬ ਹੈ ਕਿ ਕਰੋਨਾ ਵਾਇਰਸ ਦੇ ਇਹ ਨਵੇਂ ਰੂਪ ਹੁਣ ਗ੍ਰੀਕ ਐਲਫਾਬੈਟ ਤੋਂ ਜਾਣੇ ਜਾਣਗੇ। ਵੱਖ-ਵੱਖ ਦੇਸ਼ਾਂ ਵੱਲੋਂ ਜੋ ਇਸ ਨੂੰ ਲੈ ਕੇ ਕ੍ਰਿਟਿਸਿਜ਼ਮ ਕੀਤਾ ਜਾ ਰਿਹਾ ਸੀ, ਇਸ ਤੋਂ ਬਾਅਦ ਲੰਬੇ ਸਮੇਂ ਤੋਂ ਇਸ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਜਾ ਰਿਹਾ ਸੀ। ਹੁਣ WHO ਵੱਲੋਂ ਇਸ ਸੰਬੰਧੀ ਨਵੀਂ ਸਲਾਹ ਪੇਸ਼ ਕੀਤੀ ਗਈ ਹੈ।
ਇਸ ਨੂੰ ਐਂਟੀ ਏਸ਼ੀਅਨ ਰੇਸਿਜ਼ਮ ਦੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਸੀ, ਜਿਸ ਤੋਂ ਬਾਅਦ WHO ਵੱਲੋਂ तमाम ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਸੀ ਕਿ ਵੇਰੀਐਂਟ ਦਾ ਨਾਮ ਨੇਸ਼ਨ ਦੇ ਮੁਤਾਬਕ ਨਾ ਲਿਆ ਜਾਵੇ। UK ਦੇ ਵਿੱਚ ਜੋ ਕਰੋਨਾ ਵੇਰੀਐਂਟ ਪਾਇਆ ਗਿਆ ਸੀ ਉਸ ਦਾ ਨਾਮ ਹੁਣ ਐਲਫਾ ਹੋਵੇਗਾ। ਜੋ ਸਾਊਥ ਅਫਰੀਕਾ ਤੋਂ ਵੇਰੀਐਂਟ ਸਾਹਮਣੇ ਆਇਆ ਸੀ ਉਸ ਦਾ ਨਾਮ ਬੀਟਾ ਹੋਵੇਗਾ। ਬ੍ਰਾਜ਼ੀਲ ਦੇ ਵਿੱਚ ਜਿਹੜਾ ਕਰੋਨਾ ਵੇਰੀਐਂਟ ਡਿਟੈਕਟ ਹੋਇਆ ਸੀ ਉਸ ਦਾ ਨਾਮ ਹੁਣ ਗਾਮਾ ਹੋਵੇਗਾ। ਭਾਰਤ ਦੇ ਵਿੱਚ ਪਾਏ ਗਏ ਕਰੋਨਾ ਮਿਊਟੈਂਟ ਦਾ ਨਾਮ ਡੈਲਟਾ ਰੱਖਿਆ ਗਿਆ ਹੈ। ਪੀਟਰ ਨਾਮ ਦੇ ਇੱਕ ਵਿਦਿਆਰਥੀ ਨੂੰ ਉਸਦੀ ਗ੍ਰੈਜੂਏਸ਼ਨ ਸੈਰੇਮਨੀ ਦੇ ਵਿੱਚ ਜਾਣ ਤੋਂ ਰੋਕਿਆ ਗਿਆ। ਉਹ ਇਸ ਕਰਕੇ ਕਿਉਂਕਿ ਉਸ ਵੱਲੋਂ ਡਰੈਸ ਕੋਡ ਦੇ ਨਾਲ ਮੇਲ ਖਾਂਦੇ ਸ਼ੂਜ਼ ਨਹੀਂ ਪਾਏ ਹੋਏ ਸਨ। ਇੱਕ ਅਧਿਆਪਕ ਜਦੋਂ ਉਸਨੂੰ ਇਸ ਸੰਬੰਧੀ ਪਤਾ ਚੱਲਿਆ ਤੇ ਉਸਨੇ ਆਪਣੀ ਜੁੱਤੀ ਇਸ ਵਿਦਿਆਰਥੀ ਨੂੰ ਦਿੱਤੀ ਤਾਂ ਕਿ ਉਹ ਇਸ ਸਮਾਗਮ ਜਾਣੀ ਸਮਾਰੋਹ ਦੇ ਵਿੱਚ ਜਾ ਸਕੇ। ਗਲਤ ਸ਼ੂਜ਼ ਪਾਉਣ ਦੇ ਕਾਰਨ ਇੱਕ ਵਿਦਿਆਰਥੀ ਨੂੰ ਗ੍ਰੈਜੂਏਸ਼ਨ ਦੇ ਵਿੱਚ ਜਾਣ ਤੋਂ ਰੋਕਿਆ ਗਿਆ। ਫਿਰ ਇੱਕ ਟੀਚਰ ਵੱਲੋਂ ਉਸਨੂੰ ਗ੍ਰੈਜੂਏਸ਼ਨ ਸੈਰੇਮਨੀ ਦੇ ਵਿੱਚ ਜਾਣ ਦੇ ਵਾਸਤੇ ਆਪਣੇ ਸ਼ੂਜ਼ ਦਿੱਤੇ ਗਏ। ਮਈ 19 ਨੂੰ ਡੈਵਰੀਅਸ ਦੀ ਹਾਈ ਸਕੂਲ ਗ੍ਰੈਜੂਏਸ਼ਨ ਸੈਰੇਮਨੀ ਸੀ, ਪਰ ਉਸਨੂੰ ਕਨਵੈਨਸ਼ਨ ਸੈਂਟਰ ਦੇ ਬਾਹਰ ਹੀ ਦਾਖਲੇ ਤੋਂ ਰੋਕ ਦਿੱਤਾ ਗਿਆ। ਪੀਟਰ ਵੱਲੋਂ ਪਰਪਲ ਕੈਪ ਅਤੇ ਗਾਊਨ ਤਾਂ ਪਾਇਆ ਹੋਇਆ ਸੀ, ਪਰ ਉਸ ਵੱਲੋਂ ਸਹੀ ਸ਼ੂਜ਼ ਜਾਣੀ ਕਿ ਜੁੱਤੇ ਨਹੀਂ ਪਾਏ ਹੋਏ ਸਨ, ਜਿਸ ਦੇ ਕਾਰਨ ਉਸ ਨੂੰ ਗ੍ਰੈਜੂਏਸ਼ਨ ਸੈਰੇਮਨੀ ਦੇ ਵਿੱਚ ਦਾਖਲ ਨਹੀਂ ਹੋਣ ਦਿੱਤਾ ਜਾ ਰਿਹਾ ਸੀ। ਪੀਟਰ ਨੂੰ ਕਿਹਾ ਗਿਆ ਕਿ ਉਸ ਵੱਲੋਂ ਆਪਣੇ ਡਰੈਸ ਕੋਡ ਨੂੰ ਖਰਾਬ ਕੀਤਾ ਗਿਆ, ਜਾਣੀ ਕਿ ਉਸ ਵੱਲੋਂ ਗਲਤ ਜੁੱਤੀਆਂ ਦੀ ਚੋਣ ਕੀਤੀ ਗਈ ਹੈ, ਜਿਸ ਦੇ ਕਾਰਨ ਉਹ ਸੈਰੇਮਨੀ ਦੇ ਵਿੱਚ ਦਾਖਲ ਨਹੀਂ ਹੋ ਸਕਦਾ। ਸਕੂਲ ਦੀ ਗ੍ਰੈਜੂਏਸ਼ਨ ਡਰੈਸ ਕੋਡ ਦੇ ਮੁਤਾਬਕ ਵਿਦਿਆਰਥੀਆਂ ਵਾਸਤੇ ਡਾਰਕ ਡਰੈਸ ਸ਼ੂਜ਼ ਪਾਉਣੇ ਜ਼ਰੂਰੀ ਹਨ, ਪਰ ਪੀਟਰ ਵੱਲੋਂ ਇਸ ਦੌਰਾਨ ਕਾਲੇ ਰੰਗ ਦੇ ਲੈਦਰ ਸਨੀਕਰ ਪਾਏ ਹੋਏ ਸਨ, ਜਿਨ੍ਹਾਂ ਦਾ ਤਲਾ ਚਿੱਟਾ ਸੀ। ਇਹ ਵਿਦਿਆਰਥੀ ਕਨਵੈਨਸ਼ਨ ਸੈਂਟਰ ਦੇ ਬਾਹਰ ਖੜਾ ਸੀ, ਜਿਸ ਨੂੰ ਕਾਫੀ ਜ਼ਿਆਦਾ ਅਪਮਾਨ ਮਹਿਸੂਸ ਹੋ ਰਿਹਾ ਸੀ। ਉਸ ਦੀ ਗ੍ਰੈਜੂਏਸ਼ਨ ਸੈਰੇਮਨੀ ਸ਼ੁਰੂ ਹੋਣ ਵਾਲੀ ਸੀ, ਪਰ ਉਸ ਨੂੰ ਫਿਰ ਵੀ ਦਾਖਲ ਨਹੀਂ ਹੋਣ ਦਿੱਤਾ ਜਾ ਰਿਹਾ ਸੀ। ਫਿਰ ਉੱਥੇ ਸਕੂਲ ਦਾ ਪੈਰਾ ਐਜੂਕੇਟਰ ਆਇਆ, ਜੋ ਪੀਟਰ ਦੇ ਸੈਰੇਮਨੀ ਦੇ ਵਿੱਚ ਦਾਖਲ ਹੋਣ ਦਾ ਕਾਰਨ ਬਣ ਗਿਆ। ਇਸ ਪੈਰਾ ਐਜੂਕੇਟਰ, ਜਿਸ ਦਾ ਨਾਮ ਬਟਲਰ ਹੈ, ਉਸ ਵੱਲੋਂ ਪੀਟਰ ਨੂੰ ਆਪਣੇ ਪੈਰ ਦੇ ਜੁੱਤੇ ਜਾਣੀ ਕਿ ਸ਼ੂਜ਼ ਦਿੱਤੇ ਗਏ ਤਾਂ ਕਿ ਉਹ ਆਪਣੀ ਗ੍ਰੈਜੂਏਸ਼ਨ ਸੈਰੇਮਨੀ ਦੇ ਵਿੱਚ ਦਾਖਲ ਹੋ ਸਕੇ। ਪਹਿਲਾਂ ਬਟਲਰ ਵੱਲੋਂ ਇਸ ਗੱਲ ਦੀ ਮਨਜ਼ੂਰੀ ਲੈਣ ਦੀ ਕੋਸ਼ਿਸ਼ ਕੀਤੀ ਗਈ ਕਿ ਇਸ ਪੀਟਰ ਨਾਮ ਦੇ ਸਟੂਡੈਂਟ ਨੂੰ ਉਸਦੇ ਨਾਲ ਅੰਦਰ ਦਾਖਲ ਹੋਣ ਦਿੱਤਾ ਜਾਵੇ, ਪਰ ਅਜਿਹਾ ਨਹੀਂ ਹੋਇਆ। ਫਿਰ ਇਸ ਪੈਰਾ ਐਜੂਕੇਟਰ ਵੱਲੋਂ ਪੀਟਰ ਦੀ ਮਦਦ ਕੀਤੀ ਗਈ ਤੇ ਉਸਨੇ ਆਪਣੇ ਸ਼ੂਜ਼ ਪੀਟਰ ਨੂੰ ਦੇ ਦਿੱਤੇ। ਪੀਟਰ ਅਤੇ ਪੈਰਾ ਐਜੂਕੇਟਰ ਦੇ ਪੈਰਾਂ ਦਾ ਨਾਪ ਇੱਕੋ ਜਿਹਾ ਨਹੀਂ ਸੀ, ਪਰ ਉਹਨਾਂ ਵੱਲੋਂ ਇਸ ਗੱਲ ਦੀ ਪਰਵਾਹ ਨਹੀਂ ਕੀਤੀ ਗਈ ਤੇ ਪੀਟਰ ਨੇ ਇਹ ਜੁੱਤੇ ਪਾਏ ਅਤੇ ਆਪਣੀ ਗ੍ਰੈਜੂਏਸ਼ਨ ਸੈਰੇਮਨੀ ਦੇ ਵਿੱਚ ਦਾਖਲ ਹੋ ਗਿਆ। ਜੌਨ ਬਟਲਰ ਵੱਲੋਂ ਇਸ ਦੀ ਜਾਣਕਾਰੀ ਆਪਣੇ ਸੋਸ਼ਲ ਮੀਡੀਆ ਦੇ ਉੱਪਰ ਵੀ ਸਾਂਝੀ ਕੀਤੀ ਗਈ, ਜਿੱਥੇ ਉਹਨਾਂ ਨੇ ਪੀਟਰ ਦੇ ਨਾਲ ਆਪਣੀ ਤਸਵੀਰ ਸਾਂਝੀ ਕਰਦਿਆਂ ਸਾਰਾ ਕਿੱਸਾ ਦੱਸਿਆ ਹੈ। ਓਨਟਾਰੀਓ ਵੱਲੋਂ ਆਪਣੇ ਸਕਿਲਡ ਟ੍ਰੇਡ ਸਟ੍ਰॉ ਦਾ ਐਲਾਨ ਕੀਤਾ ਗਿਆ, ਜਿਸ ਦੇ ਤਹਿਤ 986 ਉਮੀਦਵਾਰਾਂ ਨੂੰ ਸੱਦੇ ਜਾਰੀ ਕੀਤੇ ਗਏ ਨੇ। ਇਸ ਡਰਾਅ ਦਾ ਐਲਾਨ ਜੂਨ 1 ਨੂੰ ਕੀਤਾ ਗਿਆ, ਜਿਸ ਦੇ ਮੁਤਾਬਕ ਜਾਣੀ ਕਿ ਜਿਸ ਡਰਾਅ ਦੇ ਵਿੱਚ ਕਈ ਉਮੀਦਵਾਰਾਂ ਦੀ ਕਿਸਮਤ ਜਾਗ ਗਈ। ਓਨਟਾਰੀਓ ਵੱਲੋਂ ਆਪਣੇ ਸਕਿਲਡ ਟ੍ਰੇਡ ਸਟ੍ਰॉ ਦਾ ਐਲਾਨ ਕੀਤਾ ਗਿਆ, ਜਿਸ ਦੇ ਵਿੱਚ 986 PNP ਕੈਂਡੀਡੇਟਸ ਨੂੰ ਸੱਦੇ ਦਿੱਤੇ ਗਏ। ਓਨਟਾਰੀਓ ਵੱਲੋਂ ਇਸ ਡਰਾਅ ਦਾ ਐਲਾਨ ਜੂਨ 1 ਨੂੰ ਕੀਤਾ ਗਿਆ, ਜਿਸ ਦੇ ਵਾਸਤੇ ਉਮੀਦਵਾਰਾਂ ਨੂੰ 300 ਸਕੋਰਸ ਦੀ ਜ਼ਰੂਰਤ ਸੀ। ਜਿਹੜੇ ਉਮੀਦਵਾਰ ਓਨਟਾਰੀਓ ਐਕਸਪ੍ਰੈਸ ਐਂਟਰੀ ਸਕਿਲਡ ਟ੍ਰੇਡ ਸਟਰੀਮ ਦੇ ਲਈ ਐਲੀਜੀਬਲ ਸਨ, ਓਨਟਾਰੀਓ ਇਮੀਗ੍ਰੈਂਟ ਨੋਮੀਨੀ ਪ੍ਰੋਗਰਾਮ ਦੇ ਅਧੀਨ ਉਹਨਾਂ ਨੂੰ ਸੱਦੇ ਮਿਲੇ ਨੇ। ਇਸ ਨਵੇਂ ਡਰਾਅ ਦੇ ਵਿੱਚ ਉਮੀਦਵਾਰਾਂ ਦੇ ਵਾਸਤੇ ਕੰਪਰੀਹੈਂਸਿਵ ਰੈਂਕਿੰਗ ਸਿਸਟਮ ਸਕੋਰ 300 ਤੋਂ 379 ਦੇ ਵਿਚਕਾਰ ਰਿਹਾ। ਇਨ੍ਹਾਂ ਉਮੀਦਵਾਰਾਂ ਵੱਲੋਂ ਜੂਨ 1, 2020 ਤੋਂ ਜੂਨ 1, 2021 ਦੇ ਵਿਚਕਾਰ ਆਪਣੀਆਂ ਪ੍ਰੋਫਾਈਲ ਜਮ੍ਹਾਂ ਕਰਵਾਈਆਂ ਹੋਈਆਂ ਸਨ। ਇਸ ਡਰਾਅ ਦੇ ਵਾਸਤੇ ਕੁਝ ਸ਼ਰਤਾਂ ਸਨ, ਜਿਸ ਦਾ ਮਤਲਬ ਹੈ ਕਿ ਉਮੀਦਵਾਰਾਂ ਦਾ ਓਨਟਾਰੀਓ ਦੇ ਵਿੱਚ ਹੋਣਾ ਜ਼ਰੂਰੀ ਸੀ। ਉਮੀਦਵਾਰਾਂ ਦੇ ਕੋਲ ਘੱਟੋ-ਘੱਟ 1 ਸਾਲ ਦਾ ਫੁੱਲ ਟਾਈਮ ਵਰਕ ਐਕਸਪੀਰੀਅੰਸ ਹੋਣਾ ਲਾਜ਼ਮੀ ਸੀ। ਇਸ ਡਰਾਅ ਦੇ ਵਿੱਚ ਉਮੀਦਵਾਰਾਂ ਦੇ ਲਈ ਜੌਬ ਆਫਰ ਹੋਣਾ ਜ਼ਰੂਰੀ ਨਹੀਂ ਸੀ। ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਵੱਲੋਂ ਜੋ ਟੀਚਾ ਮਿਥਿਆ ਗਿਆ ਹੈ, ਜਾਣੀ ਕਿ ਇਮੀਗ੍ਰੇਸ਼ਨ ਦਾ ਸਵਾਗਤ ਕਰਨ ਦਾ, ਉਸ ਨੂੰ ਲੈ ਕੇ ਇਮੀਗ੍ਰੇਸ਼ਨ ਡਿਪਾਰਟਮੈਂਟ ਕਾਫੀ ਜ਼ਿਆਦਾ ਗੰਭੀਰ ਨਜ਼ਰ ਆ ਰਿਹਾ ਹੈ। ਸਮੇਂ-ਸਮੇਂ ਦੇ ਉੱਪਰ PNP ਅਤੇ ਐਕਸਪ੍ਰੈਸ ਐਂਟਰੀ ਡਰਾਅ ਐਲਾਨੇ ਜਾ ਰਹੇ ਨੇ ਤਾਂ ਕਿ ਟੀਚੇ ਨੂੰ ਪੂਰਾ ਕੀਤਾ ਜਾ ਸਕੇ। ਕੈਨੇਡਾ ਦੇ ਵਿੱਚ ਘਰ ਖਰੀਦਣ ਵਾਲਿਆਂ ਦੇ ਲਈ ਖਾਸ ਜਾਣਕਾਰੀ ਸਾਹਮਣੇ ਆਈ ਹੈ, ਜਿੱਥੇ ਹੁਣ ਮਾਰਗੇਜ ਹਾਸਲ ਕਰਨਾ ਹੋਰ ਵੀ ਔਖਾ ਹੋਵੇਗਾ। ਜੂਨ 1 ਤੋਂ ਇਸ ਦੀ ਸ਼ੁਰੂਆਤ ਹੋ ਗਈ ਹੈ, ਜਿਸ ਦਾ ਮਤਲਬ ਹੈ ਕਿ ਮਾਰਗੇਜ ਸਟ੍ਰੈਸ ਟੈਸਟ ਦੇ ਨਿਯਮਾਂ ਦੀ ਸਖਤੀਆਂ ਦਾ ਸਾਹਮਣਾ ਬਾਇਰਸ ਨੂੰ ਕਰਨਾ ਪਵੇਗਾ।
ਹੁਣ ਮਾਰਗੇਜ ਦੇ ਵਾਸਤੇ ਕੁਆਲੀਫਾਈ ਕਰਨਾ ਹੋਰ ਵੀ ਔਖਾ ਹੋਵੇਗਾ। ਜੂਨ 1 ਤੋਂ ਕੈਨੇਡਾ ਦੇ ਵਿੱਚ ਘਰ ਖਰੀਦਣ ਵਾਲਿਆਂ ਨੂੰ ਹੋਰ ਵੀ ਸਖਤ ਮਾਰਗੇਜ ਸਟ੍ਰੈਸ ਟੈਸਟ ਨਿਯਮਾਂ ਦਾ ਸਾਹਮਣਾ ਕਰਨਾ ਹੋਵੇਗਾ। ਇਸ ਦੇ ਨਾਲ ਬੋਰੋਵਰਸ ਦੀ ਘਰ ਖਰੀਦਣ ਦੀ ਸ਼ਮਤਾ ਘੱਟ ਹੋ ਸਕਦੀ ਹੈ। ਅਪ੍ਰੈਲ ਮਹੀਨੇ ਘਰਾਂ ਦੀ ਸੇਲ ਘੱਟ ਦਰਜ ਕੀਤੀ ਗਈ। ਮਾਰਚ ਮਹੀਨੇ ਘਰਾਂ ਦੀ ਸੇਲ ਵੱਲੋਂ ਰਿਕਾਰਡ ਤੋੜੇ ਗਏ, ਜਿਸ ਦੇ ਮੁਕਾਬਲੇ ਅਪ੍ਰੈਲ ਮਹੀਨੇ 12.5% ਦੀ ਗਿਰਾਵਟ ਦਰਜ ਕੀਤੀ ਗਈ। ਇਸ ਦੀ ਜਾਣਕਾਰੀ ਕੈਨੇਡੀਅਨ ਰੀਅਲ ਐਸਟੇਟ ਐਸੋਸੀਏਸ਼ਨ ਤੋਂ ਸਾਹਮਣੇ ਆਈ ਹੈ। ਟੋਰਾਂਟੋ ਰੀਜਨਲ ਰੀਅਲ ਐਸਟੇਟ ਬੋਰਡ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਕਿ ਅਪ੍ਰੈਲ ਮਹੀਨੇ ਗ੍ਰੇਟਰ ਟੋਰਾਂਟੋ ਏਰੀਆ ਦੇ ਵਿੱਚ ਐਵਰੇਜ ਸੈਲਿੰਗ ਪ੍ਰਾਈਸ $10,90,992 ਰਿਹਾ, ਜੋ ਕਿ ਪਿਛਲੇ ਮਹੀਨੇ $10,97,655 ਸੀ। ਇਸ ਐਵਰੇਜ ਸੈਲਿੰਗ ਪ੍ਰਾਈਸ ਦੇ ਵਿੱਚ ਵੀ ਗਿਰਾਵਟ ਦਰਜ ਕੀਤੀ ਗਈ ਹੈ। ਕੰਟਰੈਕਟ ਰੇਟ ਦੇ ਵਿੱਚ 5.25% ਦਾ ਵਾਧਾ ਕੀਤਾ ਗਿਆ, ਜੋ ਕਿ ਕਾਫੀ ਹੈ। ਇਸ ਸਭ ਦਾ ਸਾਫ਼ ਸ਼ਬਦਾਂ ਦੇ ਵਿੱਚ ਮਤਲਬ ਹੈ ਕਿ ਮਾਰਗੇਜ ਦੇ ਲਈ ਕੁਆਲੀਫਾਈ ਕਰਨਾ ਹੁਣ ਹੋਰ ਵੀ ਔਖਾ ਹੋਵੇਗਾ। ਹੁਣ ਬਾਇਰਸ ਨੂੰ ਸਖਤ ਮਾਰਗੇਜ ਸਟ੍ਰੈਸ ਟੈਸਟ ਨਿਯਮਾਂ ਦਾ ਸਾਹਮਣਾ ਕਰਨਾ ਹੋਵੇਗਾ। ਡਾਕਟਰ ਥੇਰੇਸਾ ਟੀਮ ਵੱਲੋਂ ਕੋਰੋਨਾ ਵਾਇਰਸ ਦੇ ਮਾਮਲਿਆਂ ਸੰਬੰਧੀ ਜਾਣਕਾਰੀ ਦਿੱਤੀ ਗਈ ਹੈ, ਜਿੱਥੇ ਉਹਨਾਂ ਨੇ ਇਸ ਸੰਬੰਧੀ ਰਾਹਤ ਦਾ ਐਲਾਨ ਕੀਤਾ ਗਿਆ। ਡਾਕਟਰ ਟੀਮ ਦੇ ਮੁਤਾਬਕ ਕੈਨੇਡਾ ਦੇ ਵਿੱਚ ਕੋਰੋਨਾ ਵਾਇਰਸ ਦੇ ਮਾਮਲਿਆਂ ਦੀ ਰਫ਼ਤਾਰ ਘਟਣ ਲੱਗੀ ਹੈ। ਇਸ ਦੇ ਵਿੱਚ 70% ਦੀ ਗਿਰਾਵਟ ਦਰਜ ਕੀਤੀ ਗਈ। ਇਸ ਖਬਰ ਦੇ ਵਿੱਚ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਕੈਨੇਡਾ ਦੇ ਕਿਸ ਹਿੱਸੇ ਤੋਂ ਕਿੰਨੇ ਕੋਰੋਨਾ ਵਾਇਰਸ ਦੇ ਮਾਮਲੇ ਆਏ। ਦੱਸਾਂਗੇ ਕਿ ਇਸ ਸਮੇਂ ਕੈਨੇਡਾ ਦੇ ਵਿੱਚ ਕੀ ਹੈ ਕੋਰੋਨਾ ਵਾਇਰਸ ਦੀ ਸਥਿਤੀ। ਕੈਨੇਡਾ ਦੇ ਚੀਫ ਪਬਲਿਕ ਹੈਲਥ ਆਫਿਸਰ ਵੱਲੋਂ ਕੋਰੋਨਾ ਵਾਇਰਸ ਦੇ ਮਾਮਲਿਆਂ ਸੰਬੰਧੀ ਇੱਕ ਰਾਹਤ ਦੀ ਖਬਰ ਸਾਂਝੀ ਕੀਤੀ ਗਈ ਹੈ, ਜਿੱਥੇ ਉਹਨਾਂ ਨੇ ਕਿਹਾ ਹੈ ਕਿ ਅਪ੍ਰੈਲ ਮਿਡ ਦੇ ਪੀਕ ਤੋਂ ਬਾਅਦ ਜਾਣੀ ਕਿ ਤੀਸਰੀ ਲਹਿਰ ਦੇ ਦੌਰਾਨ ਹੁਣ ਕੈਨੇਡਾ ਦੇ ਵਿੱਚ ਕੋਰੋਨਾ ਵਾਇਰਸ ਦੇ ਮਾਮਲੇ ਘਟਣ ਲੱਗੇ ਨੇ। ਇਹਨਾਂ ਮਾਮਲਿਆਂ ਦੇ ਵਿੱਚ 70% ਦੀ ਗਿਰਾਵਟ ਦਰਜ ਕੀਤੀ ਗਈ ਹੈ। ਓਨਟਾਰੀਓ ਤੋਂ 24 ਘੰਟਿਆਂ ਦੌਰਾਨ 699 ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ, ਜੋ ਕਿ ਅਕਤੂਬਰ ਮਹੀਨੇ ਤੋਂ ਬਾਅਦ ਹੁਣ ਤੱਕ ਦੇ ਘੱਟ ਮਾਮਲੇ ਨੇ। ਹੁਣ ਤੱਕ ਪ੍ਰੋਵਿੰਸ ਦੇ ਵਿੱਚ ਕੁੱਲ 5,32,158 ਮਾਮਲੇ ਸਾਹਮਣੇ ਆ ਚੁੱਕੇ ਨੇ। ਟੋਰਾਂਟੋ ਤੋਂ 207, ਪੀਲ ਰੀਜਨ ਤੋਂ 144, ਯਾਰਕ ਰੀਜਨ ਤੋਂ 52, ਦੁਹਰਮ ਰੀਜਨ ਤੋਂ 50 ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਬੀਤੇ 24 ਘੰਟਿਆਂ ਦੌਰਾਨ ਪ੍ਰੋਵਿੰਸ ਦੇ ਵਿੱਚ 9 ਜਾਣਿਆਂ ਦੀ ਜਾਨ ਇਸ ਵਾਇਰਸ ਦੇ ਕਾਰਨ ਗਈ। ਹੁਣ ਤੱਕ 8,666 ਮੌਤਾਂ ਇਸ ਵਾਇਰਸ ਦੇ ਕਾਰਨ ਓਨਟਾਰੀਓ ਦੇ ਵਿੱਚ ਹੋ ਚੁੱਕੀਆਂ ਨੇ। ਇੱਥੇ 11,699 ਐਕਟਿਵ ਕੋਰੋਨਾ ਵਾਇਰਸ ਦੇ ਮਾਮਲੇ ਹਨ। ਹਸਪਤਾਲ ਦੇ ਵਿੱਚ 804 ਦੇ ਕਰੀਬ ਮਰੀਜ਼ ਹਨ, ਜਿਨ੍ਹਾਂ ਵਿੱਚੋਂ 583 ਮਰੀਜ਼ ਇੰਟੈਂਸਿਵ ਕੇਅਰ ਅਧੀਨ ਹਨ ਅਤੇ 387 ਵੈਂਟੀਲੇਟਰ ਦੇ ਉੱਪਰ ਨੇ। ਕਿਊਬੈਕ ਤੋਂ 24 ਘੰਟਿਆਂ ਦੌਰਾਨ 208 ਕੋਰੋਨਾ ਦੇ ਮਾਮਲੇ ਸਾਹਮਣੇ ਆਏ। ਇਸ ਵਾਇਰਸ ਦੇ ਕਾਰਨ 5 ਮੌਤਾਂ ਪਿਛਲੇ 24 ਘੰਟਿਆਂ ਦੌਰਾਨ ਹੋਈਆਂ। ਹੁਣ ਤੱਕ 3,70,527 ਦੇ ਕਰੀਬ ਕੁੱਲ ਕੋਰੋਨਾ ਦੇ ਮਾਮਲੇ ਸੂਬੇ ਦੇ ਵਿੱਚ ਸਾਹਮਣੇ ਆ ਚੁੱਕੇ ਨੇ। 11,133 ਜਾਨਾਂ ਹੁਣ ਤੱਕ ਇਸ ਵਾਇਰਸ ਦੇ ਕਾਰਨ ਜਾ ਚੁੱਕੀਆਂ ਨੇ। ਹਸਪਤਾਲ ਦੇ ਵਿੱਚ 354 ਦੇ ਕਰੀਬ ਮਰੀਜ਼ ਹਨ, ਜਿਨ੍ਹਾਂ ਵਿੱਚੋਂ 86 ਇੰਟੈਂਸਿਵ ਕੇਅਰ ਅਧੀਨ ਹਨ। ਮੈਨੀਟੋਬਾ ਤੋਂ 24 ਘੰਟਿਆਂ ਦੌਰਾਨ 232 ਕੋਰੋਨਾ ਦੇ ਮਾਮਲੇ ਦਰਜ ਕੀਤੇ ਗਏ ਅਤੇ 3 ਮੌਤਾਂ ਵੀ ਇਸ ਵਾਇਰਸ ਦੇ ਕਾਰਨ ਰਿਕਾਰਡ ਹੋਈਆਂ ਨੇ। ਕੈਨੇਡਾ ਦੇ ਵਿੱਚ ਹੁਣ ਤੱਕ 13.8 ਮਿਲੀਅਨ ਦੇ ਕਰੀਬ ਕੁੱਲ ਕੋਰੋਨਾ ਦੇ ਮਾਮਲੇ ਸਾਹਮਣੇ ਆ ਚੁੱਕੇ ਨੇ। 25,565 ਮੌਤਾਂ ਇਸ ਵਾਇਰਸ ਦੇ ਕਾਰਨ ਹੁਣ ਤੱਕ ਹੋਈਆਂ ਨੇ। 13.3 ਮਿਲੀਅਨ ਦੇ ਕਰੀਬ ਕੈਨੇਡਾ ਦੇ ਵਿੱਚ ਰਿਕਵਰਡ ਮਾਮਲੇ ਨੇ। ਮੈਨੀਟੋਬਾ ਵੱਲੋਂ ਆਪਣੇ ਨਵੇਂ PNP ਡਰਾਅ ਦਾ ਐਲਾਨ ਕੀਤਾ ਗਿਆ, ਜਿਸ ਦੇ ਤਹਿਤ ਕਈ ਉਮੀਦਵਾਰਾਂ ਦੀ ਕਿਸਮਤ ਜਾਗੀ ਹੈ। ਇਸ ਡਰਾਅ ਦੇ ਤਹਿਤ 404 ਐਕਸਪ੍ਰੈਸ ਐਂਟਰੀ ਉਮੀਦਵਾਰਾਂ ਨੂੰ ਸੱਦੇ ਜਾਰੀ ਕੀਤੇ ਗਏ। ਸਾਲ 2021 ਦੇ ਦੌਰਾਨ ਹੁਣ ਤੱਕ ਮੈਨੀਟੋਬਾ ਵੱਲੋਂ 3,000 ਤੋਂ ਵੱਧ ਸੱਦੇ ਦਿੱਤੇ ਜਾ ਚੁੱਕੇ ਨੇ। ਮੈਨੀਟੋਬਾ ਵੱਲੋਂ ਆਪਣੇ ਨਵੇਂ ਡਰਾਅ ਦਾ ਐਲਾਨ ਕੀਤਾ ਗਿਆ, ਜਿਸ ਦੇ ਤਹਿਤ 404 ਐਕਸਪ੍ਰੈਸ ਐਂਟਰੀ ਉਮੀਦਵਾਰਾਂ ਨੂੰ ਸੱਦੇ ਦਿੱਤੇ ਗਏ। ਇਸ PNP ਡਰਾਅ ਦਾ ਐਲਾਨ ਮਈ 27 ਨੂੰ ਕੀਤਾ ਗਿਆ। ਮੈਨੀਟੋਬਾ ਪ੍ਰੋਵਿੰਸ਼ੀਅਲ ਨੋਮੀਨੀ ਪ੍ਰੋਗਰਾਮ ਵੱਲੋਂ ਉਹਨਾਂ ਉਮੀਦਵਾਰਾਂ ਨੂੰ ਸੱਦੇ ਦਿੱਤੇ ਗਏ ਜਿਹੜੇ ਸਕਿਲਡ ਵਰਕਰ ਓਵਰਸੀਜ਼ ਸਟ੍ਰੀਮ ਦੇ ਵਾਸਤੇ ਐਲੀਜੀਬਲ ਸਨ। ਇਸ ਡਰਾਅ ਦੇ ਵਿੱਚ ਉਮੀਦਵਾਰਾਂ ਨੂੰ ਐਕਸਪ੍ਰੈਸ਼ਨ ਆਫ ਇੰਟਰਸਟ ਜਾਣੀ ਕਿ EOI ਸਕੋਰਸ 601 ਦੀ ਜ਼ਰੂਰਤ ਸੀ, ਤਾਂ ਕਿ ਉਹਨਾਂ ਨੂੰ ਇਨਵੀਟੇਸ਼ਨ ਦਿੱਤੇ ਜਾ ਸਕਣ। ਨਵੇਂ ਡਰਾਅ ਤੋਂ ਬਾਅਦ ਹੁਣ ਤੱਕ ਇਸ ਸਾਲ ਦੇ ਵਿੱਚ ਜਾਣੀ ਕਿ 2021 ਦੌਰਾਨ ਮੈਨੀਟੋਬਾ ਵੱਲੋਂ 3,422 ਉਮੀਦਵਾਰਾਂ ਨੂੰ ਕੁੱਲ ਸੱਦੇ ਜਾਰੀ ਕੀਤੇ ਜਾ ਚੁੱਕੇ ਨੇ। ਮੈਨੀਟੋਬਾ ਦੀ ਸਕਿਲਡ ਵਰਕਰ ਕੈਟੇਗਰੀ ਦੇ ਅਧੀਨ ਇਨਵੀਟੇਸ਼ਨ ਪ੍ਰਾਪਤ ਕਰਨ ਦੇ ਵਾਸਤੇ ਉਮੀਦਵਾਰਾਂ ਦੇ ਲਈ ਫੁੱਲ ਟਾਈਮ ਜੌਬ ਆਫਰ ਹੋਣਾ ਜ਼ਰੂਰੀ ਹੈ।
ਮੈਨੀਟੋਬਾ ਵੱਲੋਂ ਕੈਂਡੀਡੇਟ ਨੂੰ 1000 ਦੇ ਵਿੱਚੋਂ ਪੁਆਇੰਟਸ ਦਿੱਤੇ ਜਾਂਦੇ ਨੇ ਜੋ ਕਿ ਹਿਊਮਨ ਕੈਪੀਟਲ ਫੈਕਟਰਸ ਨੂੰ ਧਿਆਨ ਵਿੱਚ ਰੱਖਦਿਆਂ ਜਾਰੀ ਕੀਤੇ ਜਾਂਦੇ ਨੇ। ਮੈਨੀਟੋਬਾ ਵੱਲੋਂ ਜੋ ਨਵਾਂ ਡਰਾਅ ਐਲਾਨ ਕੀਤਾ ਗਿਆ ਇਸ ਦੇ ਤਹਿਤ 404 ਐਕਸਪ੍ਰੈਸ ਐਂਟਰੀ ਉਮੀਦਵਾਰਾਂ ਦੀ ਕਿਸਮਤ ਜਾਗੀ ਹੈ ਜਿਨ੍ਹਾਂ ਨੂੰ ਪੀਐਨਪੀ ਡਰਾਅ ਦੇ ਤਹਿਤ ਸੱਦੇ ਜਾਰੀ ਕੀਤੇ ਗਏ ਨੇ। ਇਸ ਦੇ ਨਾਲ ਹੀ ਜਾਂਦੇ ਇੱਕ ਵਾਰ ਫਿਰ ਤੋਂ ਝਾਤ ਮਾਰਦੇ ਹਾਂ ਅੱਜ ਦੀਆਂ ਚੋਣਵੀਂ ਖਬਰਾਂ ਦੇ ਉੱਪਰ। ਏਅਰ ਕੈਨੇਡਾ ਨੇ ਉਡਾਨਾਂ ਸੰਬੰਧੀ ਕੀਤਾ ਐਲਾਨ। ਇਸ ਹਫ਼ਤੇ ਤੋਂ ਦੁਬਈ ਦੇ ਨਾਲ ਉਡਾਨਾਂ ਦੀ ਸ਼ੁਰੂਆਤ। ਐਸਟ੍ਰਾਜੈਨੇਕਾ ਦਾ ਪਹਿਲਾ ਡੋਜ਼ ਲਗਵਾਉਣ ਵਾਲਿਆਂ ਦੇ ਲਈ ਜਾਣਕਾਰੀ। ਹੁਣ ਫਾਈਜ਼ਰ ਜਾਂ ਮੋਡਰਨਾ ਟੀਕੇ ਦਾ ਲਗਵਾ ਸਕਣਗੇ ਦੂਜਾ ਸ਼ਾਟ। 215 ਬੱਚਿਆਂ ਦੀ ਯਾਦ ਦੇ ਵਿੱਚ ਬਣੇਗਾ ਮੈਮੋਰੀਅਲ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੀਤਾ ਐਲਾਨ। ਆਰਸੀਐਮਪੀ ਨੇ ਵਿਅਕਤੀ ਤੇ ਚਲਾਈ ਗੋਲੀ। ਪ੍ਰਿੰਸ ਜਾਰਜ ਤੋਂ ਆਇਆ ਮਾਮਲਾ ਸਾਹਮਣੇ। ਪੀਸੀ ਵਿੱਚ ਨਸ਼ੇ ਬਣ ਰਹੇ ਮੌਤ ਦਾ ਕਾਰਨ। 1 ਮਹੀਨੇ ਦੇ ਵਿੱਚ 176 ਦੀ ਹੋਈ ਮੌਤ। ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਇੰਨਾ ਹੀ। ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਫੇਰ ਤੋਂ ਹਾਜ਼ਰ ਹੋਵਾਂਗੇ। ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਪੰਨੂ ਨੂੰ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ ਟੀਵੀ ਪੰਜਾਬ।